इस वीडियो राਹੀਂ ਅਸੀਂ ਪਾਠ ਨੰਬਰ 10 ਹੜੱਪਾ ਸੱਭਿਅਤਾ ਜੋ ਸਾਡੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸ਼੍ਰੇਣੀ 6ਵੀਂ ਦਾ ਪਾਠ ਨੰਬਰ 10 ਹੈ, ਉਸ ਦੇ ਅਸੀਂ ਕੁਐਸਚਨ ਆਨਸਰ ਕਰਾਂਗੇ। ਪ੍ਰਸ਼ਨ ਪਹਿਲਾ, ਹੜੱਪਾ ਸੱਭਿਅਤਾ ਭਾਰਤੀ ਉਪ ਮਹਾਂਦੀਪ ਦੇ ਕਿਹੜੇ ਭਾਗ ਵਿੱਚ ਹੈ? ਉੱਤਰ ਪੱਛਮੀ ਭਾਗ ਵਿੱਚ। ਉੱਤਰ ਪੱਛਮੀ ਭਾਗ ਵਿੱਚ, ਕਿਉਂਕਿ ਭਾਰਤ ਨੂੰ ਇੱਕ ਉਪ ਮਹਾਂਦੀਪ ਕਿਹਾ ਜਾਂਦਾ। ਭਾਰਤ ਦੇ ਸਾਰੇ ਪਾਸੇ ਤਿੰਨ ਪਾਸਿਆਂ ਤੋਂ ਪਾਣੀ ਅਤੇ ਉੱਤਰ ਵਾਲੇ ਪਾਸਿਓਂ ਹਿਮਾਲਿਆ ਪਰਬਤ ਇਸ ਨੂੰ ਸੰਸਾਰ ਦੇ ਬਾਕੀ ਭਾਗਾਂ ਨਾਲੋਂ ਵੱਖ ਕਰਦਾ ਹੈ, ਇਸ ਲਈ ਭਾਰਤ ਨੂੰ ਉਪ ਮਹਾਂਦੀਪ ਵੀ ਕਿਹਾ ਜਾਂਦਾ ਹੈ। ਤਾਂ ਜੋ ਹੜੱਪਾ ਸੱਭਿਅਤਾ ਹੋਈ ਉਹ ਉੱਤਰ ਪੱਛਮੀ ਭਾਗ ਵਿੱਚ ਹੋਈ। ਜੇਕਰ ਅਸੀਂ ਨਕਸ਼ੇ ਰਾਹੀਂ ਦੇਖੀਏ ਤਾਂ ਜਿਹੜੀ ਇਹ ਸੱਭਿਅਤਾ ਹੋਈ, ਹੜੱਪਾ ਸੱਭਿਅਤਾ ਜਾਂ ਸਿੰਧ ਘਾਟੀ ਸੱਭਿਅਤਾ, ਕਿਉਂਕਿ ਜਿਹੜਾ ਇਸ ਦਾ ਖੇਤਰ ਹੈ ਉਹ ਸਿੰਧ ਨਦੀ ਦੇ ਆਸ-ਪਾਸ ਦਾ ਖੇਤਰ ਹੈ। ਸਿੰਧ ਨਕਸ਼ੇ ਰਾਹੀਂ ਦੇਖੀਏ ਤਾਂ ਸਿੰਧ ਦਰਿਆ ਵਗ ਰਿਹਾ, ਤਾਂ ਸਿੰਧ ਨਦੀ ਦੇ ਨਾਲ ਹੀ ਮੋਹਨਜੋਦਾਰੋ, ਚੰਨ ਹੁਦੜੋ, ਅਲੀ ਮੁਰਾਦ, ਸ਼ਾਹੀ ਟੰਪ, ਕੰਗਨ ਡੋਰ, ਇਹ ਸਾਰੇ ਸਿੰਧ ਨਦੀ ਦੇ ਆਸ-ਪਾਸ ਦੇ ਖੇਤਰ ਹਨ। ਇੱਧਰ ਫਿਰ ਆਪਣਾ ਆ ਗਿਆ ਬਹਾਵਲਪੁਰ ਰਿਆਸਤ, ਅਮਰੀ, ਇਹ ਸਾਰੇ ਹੀ ਸਿੰਧ ਨਦੀ ਦੇ ਆਸ-ਪਾਸ ਦੇ ਖੇਤਰ ਹਨ। ਇਸ ਕਰਕੇ ਇਸ ਨੂੰ ਸਿੰਧ ਘਾਟੀ ਸੱਭਿਅਤਾ ਕਿਹਾ ਜਾਂਦਾ। ਹੜੱਪਾ ਸੱਭਿਅਤਾ ਕਿਉਂ ਕਿਹਾ ਜਾਂਦਾ? ਕਿਉਂਕਿ ਸਭ ਤੋਂ ਪਹਿਲਾ ਸਥਾਨ ਲੱਭਿਆ ਸੀ ਉਹ ਲੱਭਿਆ ਸੀਗਾ ਖੁਦਾਈ ਦੇ ਦੌਰਾਨ ਹੜੱਪਾ। ਅਤੇ ਜੋ ਇਹ ਸੱਭਿਅਤਾ ਹੋਈ ਇਹ ਭਾਰਤੀ ਉਪ ਮਹਾਂਦੀਪ ਦੇ ਉੱਤਰ ਪੱਛਮ ਵਾਲੇ ਪਾਸੇ ਹੀ ਜ਼ਿਆਦਾ ਹੋਈ। ਜ਼ਿਆਦਾ ਭਾਗ ਇਸ ਦਾ ਪਾਕਿਸਤਾਨ ਵਾਲੇ ਪਾਸੇ ਰਹਿ ਗਿਆ। ਵਰਤਮਾਨ ਭਾਰਤ ਦੇ ਗੁਜਰਾਤ, ਰੰਗਪੁਰ, ਲੋਥਲ, ਢੋਲਵੀਰਾ, ਰਾਜਸਥਾਨ, ਕਾਲੀਬੰਗਾ, ਪੰਜਾਬ ਦੇ ਵੀ ਕੁਝ ਖੇਤਰ ਹਨ, ਸੰਗੋਲ, ਬਾੜਾ, ਰੋਹੀੜਾ ਅਤੇ ਹਰਿਆਣਾ। ਅਤੇ ਉੱਧਰੋਂ ਉੱਤਰ ਪੱਛਮੀ ਉੱਤਰ ਪ੍ਰਦੇਸ਼ ਦਾ ਪੱਛਮੀ ਭਾਗ ਹੈ, ਜੋ ਉੱਤਰ ਪੱਛਮੀ ਭਾਗ ਹੈ, ਇੰਨੇ ਖੇਤਰ ਦੇ ਵਿੱਚ, ਇੱਧਰੋਂ ਅਫਗਾਨਿਸਤਾਨ ਦਾ ਦੱਖਣੀ ਭਾਗ, ਇੰਨੇ ਖੇਤਰ ਦੇ ਵਿੱਚ ਇਹ ਜੋ ਸੱਭਿਅਤਾ ਹੋਈ, ਹੜੱਪਾ ਸੱਭਿਅਤਾ ਹੋਈ। ਅਤੇ ਬਾਕੀ ਭਾਰਤ ਦੇ ਖੇਤਰ ਵਿੱਚ, ਦੱਖਣੀ ਭਾਰਤ ਵਿੱਚ ਜਾਂ ਪੂਰਬੀ ਭਾਰਤ ਵਿੱਚ ਇਸ ਦਾ ਕੋਈ ਤਾਲੁਕਾਤ ਨਹੀਂ ਹੈ। ਸਿਰਫ ਇਹ ਭਾਰਤ ਦੇ ਉੱਤਰ ਪੱਛਮੀ ਭਾਗ ਵਿੱਚ ਹੀ ਹੋਈ। ਇਹ ਭਾਰਤ ਦੇ ਉੱਤਰ ਪੱਛਮੀ ਭਾਗ ਵਿੱਚ ਹੀ ਹੋਈ। ਸੱਭਿਅਤਾ ਕਿਹੜੀ ਨਾਗਰਿਕ ਸੱਭਿਅਤਾ ਸੀ? ਸ਼ਹਿਰੀ ਨਾਗਰਿਕ, ਭਾਵ ਇਹ ਸ਼ਹਿਰੀ ਸੀ, ਪੇਂਡੂ ਨਹੀਂ ਸੀ। ਇਸ ਤੋਂ ਅੱਗੇ ਵੈਦਿਕ ਕਾਲ ਆਵੇਗਾ ਤਾਂ ਵੈਦਿਕ ਕਾਲ ਦੇ ਲੋਕ ਪੇਂਡੂ ਸਨ। ਤਾਂ ਜੋ ਹੜੱਪਾ ਸੱਭਿਅਤਾ ਸੀ ਇਹ ਸ਼ਹਿਰੀ ਨਾਗਰਿਕ ਸੱਭਿਅਤਾ ਸੀ। ਹੜੱਪਾ ਸੱਭਿਅਤਾ ਦਾ ਵਿਸਤਾਰ ਕਿੰਨਾ ਸੀ? ਸੱਸਾ ਭਾਵ ਹੜੱਪਾ ਸੱਭਿਅਤਾ ਸਿੰਧ ਨਦੀ ਤੋਂ ਲੈ ਕੇ ਪ੍ਰਾਚੀਨ ਸਰਸਵਤੀ ਨਦੀ ਤੱਕ। ਜੋ ਪ੍ਰਾਚੀਨ ਸਰਸਵਤੀ ਨਦੀ ਹੈ ਉਸ ਨੂੰ ਅੱਜ ਕੱਲ੍ਹ ਘੱਗਰ ਕਿਹਾ ਜਾਂਦਾ, ਜੋ ਕਿ ਇੱਕ ਮੌਸਮੀ ਨਦੀ ਬਣ ਚੁੱਕੀ ਹੈ। ਸਿਰਫ ਉਹ ਬਰਸਾਤਾਂ ਦੇ ਸਮੇਂ ਭਰ ਕੇ ਚੱਲਦੀ ਹੈ, ਜੋ ਬੜੀ ਤਬਾਹੀ ਕਰ ਦਿੰਦੀ ਹੈ, ਅਤੇ ਬਾਕੀ ਸਮਾਂ ਉਹ ਲਗਭਗ ਖਾਲੀ ਵਾਂਗੂ ਹੀ ਰਹਿੰਦੀ ਹੈ। ਅਤੇ ਸਿੰਧ ਨਦੀ, ਜੇਕਰ ਅਸੀਂ ਨਕਸ਼ੇ ਵਿੱਚ ਦੇਖੀਏ ਤਾਂ ਸਿੰਧ ਨਦੀ ਦੇ ਜੋ ਆਸ-ਪਾਸ ਦਾ ਖੇਤਰ ਸੀ, ਇੱਥੋਂ ਸਿੰਧ, ਜਿਹਲਮ, ਚਨਾਬ, ਰਾਵੀ, ਬਿਆਸ, ਸਤਲੁਜ, ਇਹ ਸਾਰੀਆਂ ਉਸ ਦੀਆਂ ਸਹਾਇਕ ਨਦੀਆਂ, ਜੋ ਕਿ ਪੱਛਮੀ ਪੰਜਾਬ, ਜੋ ਸਾਡਾ ਪੱਛਮੀ ਪੰਜਾਬ ਅਤੇ ਪੂਰਬੀ ਪੰਜਾਬ ਹੈ, ਇਸ ਦੇ ਖੇਤਰ ਨੂੰ ਸਿੰਚਦੀਆਂ ਸਨ। ਆਜ਼ਾਦੀ ਤੋਂ ਪਹਿਲਾਂ ਜਦੋਂ ਭਾਰਤ ਦੀ ਵੰਡ ਨਹੀਂ ਹੋਈ ਸੀ ਤਾਂ ਸਾਰੇ ਇਸ ਸਿੰਧ ਨਦੀ ਤੱਕ ਦੇ ਖੇਤਰ ਨੂੰ ਪੰਜਾਬ ਕਿਹਾ ਜਾਂਦਾ ਸੀ। ਤਾਂ ਫਿਰ ਸਿੰਧ ਨਦੀ ਤੋਂ ਲੈ ਕੇ ਹਰਿਆਣਾ, ਜੋ ਘੱਗਰ ਹੈ ਉਹ ਹਰਿਆਣੇ ਵਿੱਚ ਵਗਦੀ ਹੈ, ਤਾਂ ਸਿੰਧ, ਜਿਹਲਮ, ਚਨਾਬ, ਰਾਵੀ, ਬਿਆਸ ਅਤੇ ਇੱਥੋਂ ਕਿਤੇ ਹੁੰਦੀ ਹੋਈ ਐਵੇਂ ਇੱਧਰ ਸਾਡੀ ਹਰਿਆਣੇ ਤੱਕ ਦੇ ਖੇਤਰ ਤੱਕ ਸਰਸਵਤੀ। ਤਾਂ ਸਿੰਧ ਨਦੀ ਤੋਂ ਲੈ ਕੇ ਸਰਸਵਤੀ ਨਦੀ ਤੱਕ ਦੇ ਖੇਤਰ ਨੂੰ
ਹੜੱਪਾ ਸੱਭਿਅਤਾ ਦਾ ਖੇਤਰ ਕਿਹਾ ਜਾਂਦਾ ਸੀ। ਇਸ ਦਾ ਵਿਸਤਾਰ ਸੀ। ਹੜੱਪਾ ਸੱਭਿਅਤਾ ਵਿੱਚ ਕਿਹੜੇ ਕਿਹੜੇ ਖੇਤਰ ਸ਼ਾਮਿਲ ਸਨ? ਜਿਵੇਂ ਕਿ ਅਸੀਂ ਪੜ੍ਹਿਆ ਕਿ ਸਿੰਧ ਨਦੀ ਤੋਂ ਲੈ ਕੇ ਸਰਸਵਤੀ, ਤਾਂ ਸਿੰਧ ਦੇ ਵਿਚਕਾਰ ਕਿਹੜਾ ਖੇਤਰ ਆ ਜੂਗਾ? ਪਾਕਿਸਤਾਨ, ਸਾਡਾ ਪੂਰਬੀ ਪੰਜਾਬ, ਅਤੇ ਪੰਜਾਬ ਦੀ ਵੰਡ ਹੋਈ 1 ਨਵੰਬਰ 1966 ਨੂੰ, ਤਾਂ ਹਰਿਆਣਾ, ਰਾਜਸਥਾਨ, ਪੱਛਮੀ ਉੱਤਰ ਪ੍ਰਦੇਸ਼ ਦੇ ਕੁਝ ਹਿੱਸੇ ਅਤੇ ਗੁਜਰਾਤ ਅਤੇ ਦੱਖਣੀ ਅਫਗਾਨਿਸਤਾਨ ਦੇ ਖੇਤਰ ਸ਼ਾਮਿਲ ਸਨ। ਤਾਂ ਗੁਜਰਾਤ ਰੰਗਪੁਰ ਲੋਥਲ, ਰਾਜਸਥਾਨ ਕਾਲੀਬੰਗਾ, ਬੀਕਾਨੇਰ ਖੇਤਰ ਜਿਸ ਦੇ ਵਿੱਚ 25 ਸਥਾਨ ਸਨ, 25 ਸਥਾਨ ਸਨ ਬੀਕਾਨੇਰ ਖੇਤਰ ਦੇ। ਇਸੇ ਤਰ੍ਹਾਂ ਮੋਹਨਜੋਦਾਰੋ ਜੇਹਲਮ ਦੇ ਪੱਛਮੀ ਕੰਢੇ, ਚਨਹੁਦਰੋ ਜੇਹਲਮ ਦੇ ਪੱਛਮੀ ਕੰਢੇ, ਸ਼ਾਹੀ ਟੰਪ, ਸੁਤਕਾਂਗਨਡੋਰ, ਅਲੀ ਮੁਰਾਦ, ਅਤੇ ਜੇਹਲਮ ਦੇ ਪੂਰਬੀ ਕੰਢੇ ਸਾਬਕਾ ਬਹਾਵਲਪੁਰ ਰਿਆਸਤ ਜਿਸ ਦੇ 11 ਸਥਾਨ ਸਨ, ਅਤੇ ਅਮਰੀ। ਇਹ ਸਾਰੇ ਹੀ ਖੇਤਰ ਦੇ ਵਿੱਚ ਵਿਸਤਾਰ ਹੋਇਆ ਸੀ ਸਿੰਧ ਘਾਟੀ ਸੱਭਿਅਤਾ ਦਾ। ਸਾਰੇ ਹੀ ਖੇਤਰ ਦੇ ਵਿੱਚ ਵਿਸਤਾਰ ਹੋਇਆ ਸੀ। ਹੜੱਪਾ ਸੱਭਿਅਤਾ ਮਿਸਰ ਦੀ ਸੱਭਿਅਤਾ ਨਾਲੋਂ ਲਗਭਗ ਕਿੰਨੀ ਵੱਡੀ ਸੀ? ਜਿਸ ਸਮੇਂ ਹੜੱਪਾ ਸੱਭਿਅਤਾ ਪ੍ਰਫੁੱਲਤ ਹੋਈ ਆ, ਉਸ ਸਮੇਂ ਸੰਸਾਰ ਦੇ ਵਿੱਚ ਹੋਰ ਸਭਿਅਤਾਵਾਂ ਵੀ ਪ੍ਰਫੁੱਲਤ ਸਨ, ਜਿਵੇਂ ਨੀਲ ਨਦੀ ਘਾਟੀ ਸੱਭਿਅਤਾ ਮਿਸਰ, ਦਜ਼ਲਾ ਅਤੇ ਫਰਾਤ ਨਦੀ ਘਾਟੀ ਮੈਸੋਪੋਟਾਮੀਆ, ਹਵਾਂਗ ਹੋ ਅਤੇ ਯੰਗਸੀ ਨਦੀ ਘਾਟੀ ਚਾਈਨਾ। ਅਤੇ ਜਿਹੜੀ ਹੜੱਪਾ ਸੱਭਿਅਤਾ ਇਹ ਮਿਸਰ ਦੀ ਸੱਭਿਅਤਾ ਨਾਲੋਂ, ਮਿਸਰ ਹੋ ਗਿਆ ਇਜਿਪਟ ਦੀ ਸੱਭਿਅਤਾ ਨਾਲੋਂ 20 ਗੁਣਾ 20 ਟਾਈਮਸ ਵੱਡੀ ਸੀ, 20 ਗੁਣਾ। ਨੀਲ ਨਦੀ ਦੀ ਘਾਟੀ ਸੱਭਿਅਤਾ ਕਿੱਥੇ ਪ੍ਰਫੁੱਲਤ ਹੋਈ? ਦਾ ਵੈਲੀ ਆਫ ਰਿਵਰ ਨਾਈਲ, ਮਿਸਰ ਇਜਿਪਟ ਦੇ ਵਿੱਚ ਹੋਈ ਨੀਲ ਨਦੀ ਘਾਟੀ। ਦਜ਼ਲਾ ਅਤੇ ਫਰਾਤ ਦੀਆਂ, ਦਾ ਵੈਲੀ ਆਫ ਰਿਵਰਸ ਆਫ ਟੈਗਰਸ ਐਂਡ ਯੂਫਰੇਟ, ਮੈਸੋਪੋਟਾਮੀਆ ਵਿੱਚ ਹੋਈ ਦਜ਼ਲਾ ਅਤੇ ਫਰਾਤ। ਸਿੰਧ ਨਦੀ ਦੀ ਘਾਟੀ, ਇਹ ਤਾਂ ਸਾਡੇ ਭਾਰਤ ਦੇ ਉੱਤਰ ਪੱਛਮੀ ਖੇਤਰ ਸਿੰਧ ਨਦੀ ਘਾਟੀ ਹੋਈ। ਹਵਾਂਗ ਹੋ ਅਤੇ ਯੰਗਸੀ ਕਿਆਂਗ ਨਦੀਆਂ ਦੀ ਘਾਟੀ, ਇਹ ਹੋਈ ਚਾਈਨਾ ਦੇ ਵਿੱਚ। ਹੜੱਪਾ ਸੱਭਿਅਤਾ ਦੇ ਨਾਲ ਨਾਲ ਇਹ ਸਭਿਅਤਾਵਾਂ ਵੀ ਪ੍ਰਫੁੱਲਤ ਸਨ। ਹੜੱਪਾ ਸੱਭਿਅਤਾ ਦੇ ਹੋਰ ਕੀ ਨਾਂ ਹਨ? ਸਿੰਧ ਘਾਟੀ ਸੱਭਿਅਤਾ, ਕਿਉਂਕਿ ਇਹ ਸਿੰਧ ਨਦੀ ਦੇ ਆਸ ਪਾਸ ਜ਼ਿਆਦਾ ਪ੍ਰਫੁੱਲਤ ਹੋਈ। ਸਿੰਧ ਸਰਸਵਤੀ, ਕਿਉਂਕਿ ਇਸ ਦਾ ਜੋ ਵਿਸਤਾਰ ਸੀ ਉਹ ਸਿੰਧ ਨਦੀ ਤੋਂ ਲੈ ਕੇ ਪੱਛਮ ਵਿੱਚ ਸਿੰਧ ਅਤੇ ਪੂਰਬ ਵਿੱਚ ਸਰਸਵਤੀ ਨਦੀ ਤੱਕ ਇਸ ਦਾ ਵਿਸਤਾਰ ਸੀ। ਅਤੇ ਹੜੱਪਾ ਇਸ ਦਾ ਨਾਂ ਤਾਂ ਕਿਉਂਕਿ ਸਭ ਤੋਂ ਪਹਿਲਾ ਸਥਾਨ ਜੋ ਖੁਦਾਈ ਹੋਈ ਸੀ ਉਹ ਸੀ ਹੜੱਪਾ, ਰਾਵੀ ਨਦੀ ਦੇ ਕੰਢੇ। ਹੜੱਪਾ ਸੱਭਿਅਤਾ ਕਦੋਂ ਉੱਨਤੀ ਦੇ ਸਿਖਰ 'ਤੇ ਸੀ? 3000 ਈਸਵੀ ਪੂਰਵ ਲਗਭਗ। 3000 ਈਸਵੀ ਪੂਰਵ ਲਗਭਗ ਹੜੱਪਾ ਸੱਭਿਅਤਾ ਪੂਰੀ ਉੱਨਤੀ ਦੇ ਸਿਖਰ 'ਤੇ ਸੀ। ਇਸ ਸੱਭਿਅਤਾ ਦਾ ਪਤਨ ਕਦੋਂ ਸ਼ੁਰੂ ਹੋਇਆ? 1900 ਈਸਵੀ ਦੇ ਲਗਭਗ ਸਰਸਵਤੀ ਨਦੀ ਦੇ ਸੁੱਕ ਜਾਣ ਨਾਲ। ਜੋ ਸਰਸਵਤੀ ਨਦੀ ਸੀ ਉਹ ਸੁੱਕ ਗਈ, ਜਿਸ ਨੂੰ ਅੱਜ ਕੱਲ੍ਹ ਅਸੀਂ ਘੱਗਰ ਕਹਿੰਦੇ ਹਾਂ, ਜੋ ਕਿ ਮੌਸਮੀ ਨਦੀ ਬਣ ਗਈ ਹੈ। ਇਸ ਸੱਭਿਅਤਾ ਦੇ ਪਤਨ ਤੋਂ ਬਾਅਦ ਲੋਕ ਕਿੱਥੇ ਜਾ ਕੇ ਰਹਿਣ ਲੱਗੇ? ਉੱਤਰੀ ਭਾਰਤ ਵਿੱਚ ਗੰਗਾ ਨਦੀ ਦੇ ਮੈਦਾਨਾਂ ਵਿੱਚ। ਤਾਂ ਜਦੋਂ ਇਹ ਨਦੀ ਸੁੱਕ ਗਈ, ਕਿਉਂਕਿ ਜੋ ਸਭਿਅਤਾਵਾਂ ਨੇ, ਜੋ ਜ਼ਿੰਦਗੀ ਆ ਉਹ ਨਦੀਆਂ ਦੇ ਕੰਢੇ 'ਤੇ ਹੀ, ਜਿੱਥੇ ਪਾਣੀ ਦੀ ਬਹੁਤਾਤ ਹੋਵੇ ਉੱਥੇ ਹੀ ਪ੍ਰਫੁੱਲਤ ਹੁੰਦੀਆਂ ਹਨ। ਤਾਂ ਜਦੋਂ ਹਰਿਆਣੇ ਵਾਲੇ ਖੇਤਰ ਵਾਲੇ ਪਾਸਿਓਂ ਸਰਸਵਤੀ ਨਦੀ ਸੁੱਕ ਗਈ ਤਾਂ ਇਹਨਾਂ ਲੋਕਾਂ ਨੇ ਉੱਤਰ ਪ੍ਰਦੇਸ਼, ਬਿਹਾਰ, ਜੋ ਗੰਗਾ ਦੇ ਮੈਦਾਨ ਨੇ, ਉੱਧਰ ਜਾਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਅਸੀਂ ਅੱਗੇ ਪੜ੍ਹਾਂਗੇ ਮਗਧ ਸਾਮਰਾਜ ਬਾਰੇ। ਮਗਧ ਸਾਮਰਾਜ ਜੋ ਕਿ ਬਿਹਾਰ ਦੇ ਵਿੱਚ ਪ੍ਰਫੁੱਲਤ ਹੋਇਆ ਸੀ, ਗੰਗਾ ਨਦੀ ਦੇ ਖੇਤਰ ਵਿੱਚ। ਹੜੱਪਾ ਬਾਰੇ ਜਾਣਕਾਰੀ ਕਦੋਂ ਮਿਲੀ ਅਤੇ ਕਿੱਥੇ ਹੈ? 1921-22 ਵਿੱਚ ਦਿਆਰ ਰਾਮ ਸਾਹਨੀ 1921-22 ਵਿੱਚ ਦਿਆਰ ਰਾਮ ਸਾਹਨੀ
ਨੇ ਪਾਕਿਸਤਾਨੀ ਪੰਜਾਬ ਦੇ ਜ਼ਿਲ੍ਹਾ ਮਿੰਟਗੋਮਰੀ ਵਿੱਚ ਰਾਵੀ ਨਦੀ ਦੇ ਕੰਢੇ ਜੋ ਮਿੰਟਗੋਮਰੀ ਹੈ ਉਹ ਰਾਵੀ ਨਦੀ ਦੇ ਕੰਢੇ ਹੈ ਅਤੇ ਲਗਭਗ ਇਹ ਆਉਂਦਾ ਹੈ ਦਵਾਬਵਾਰੀ ਦੇ ਵਿੱਚ। ਬਿਆਸ ਅਤੇ ਰਾਵੀ ਦੇ ਵਿਚਕਾਰ ਦਾ ਇੱਕ ਖੇਤਰ ਹੈ ਜਿਸ ਦੇ ਵਿੱਚ ਅੰਮ੍ਰਿਤਸਰ, ਲਾਹੌਰ, ਮਿੰਟਗੋਮਰੀ ਜੋ ਬਾਰੀ ਦਬਾਬ ਹੈ। ਜੇ ਅਸੀਂ ਰਾਵੀ ਵਾਲੇ ਪਾਸੇ ਦੇਖਿਓ ਤਾਂ ਉੱਪਰ ਸਾਡੇ ਅੰਮ੍ਰਿਤਸਰ, ਫਿਰ ਲਾਹੌਰ ਅਤੇ ਫਿਰ ਮਿੰਟਗੋਮਰੀ। ਜੋ ਮਿੰਟਗੋਮਰੀ ਹੈ ਇਹ ਦੁਆਬ ਬਾਰੀ ਵਿੱਚ ਪਾਇਆ ਜਾਂਦਾ ਬਿਆਸ ਅਤੇ ਰਾਵੀ ਦੇ, ਅਤੇ ਰਾਵੀ ਨਦੀ ਦੇ ਕੰਢੇ ਹੈ। ਦਿਆਰ ਰਾਮ ਸਾਹਨੀ ਨੇ ਇਸ ਦੀ ਖੁਦਾਈ ਕਰਾਈ ਸੀ 1921-22 ਵਿੱਚ। ਰਾਵੀ ਨਦੀ ਦੇ ਕੰਢੇ ਮੋਹਨਜੋਦਾਰੋ ਕਿੱਥੇ ਸਥਿਤ ਹੈ? ਪਾਕਿਸਤਾਨ ਵਿੱਚ ਸਿੰਧ ਪ੍ਰਾਂਤ ਦੇ ਲੜਕਾਣਾ ਜ਼ਿਲ੍ਹੇ ਵਿੱਚ ਸਿੰਧ ਨਦੀ ਦੇ ਪੱਛਮੀ ਕੰਢੇ। ਜੋ ਪਾਕਿਸਤਾਨ ਦਾ ਸਿੰਧ ਪ੍ਰਾਂਤ ਹੈਗਾ ਉੱਥੇ ਇਹ ਪਾਇਆ ਜਾਂਦਾ, ਅਤੇ ਇਸ ਦੀ ਖੁਦਾਈ R.D. ਬੈਨਰਜੀ, ਰਾਖਲ ਦਾਸ ਬੈਨਰਜੀ ਨੇ ਕਰਵਾਈ ਸੀ। ਰਾਖਲ ਦਾਸ ਬੈਨਰਜੀ। ਚੰਨ ਹੁਦੜੋ ਕਿੱਥੇ ਸਥਿਤ ਹੈ? ਪਾਕਿਸਤਾਨ ਦੇ ਸਿੰਧ ਪ੍ਰਾਂਤ। ਇਹ ਮੋਹਨਜੋਦਾਰੋ ਦੇ ਦੱਖਣ ਵਾਲੇ ਪਾਸੇ ਸਥਿਤ ਹੈ। ਇਹ ਮੋਹਨਜੋਦਾਰੋ ਦੇ ਅਤੇ ਸਿੰਧ ਪ੍ਰਾਂਤ ਵਿੱਚ ਹੈ ਇਹ ਵੀ, ਅਤੇ ਸਿੰਧ ਨਦੀ ਦੇ ਕੰਢੇ। ਰਾਜਸਥਾਨ ਵਿੱਚ ਕਿਹੜਾ ਸਥਾਨ ਮਿਲਿਆ ਹੈ? ਕਾਲੀਬੰਗਾ। ਇਸ ਦਾ ਨਾਮ ਕਾਲੀਬੰਗਾ ਕਿਉਂ ਪਿਆ? ਕਿਉਂਕਿ ਇੱਥੇ ਕਾਲੀਆਂ ਬੰਗਾਂ ਬਣਦੀਆਂ ਸਨ, ਕਿਉਂਕਿ ਇਹ ਲੋਕ ਫੈਸ਼ਨ ਦੇ ਬਹੁਤ ਸ਼ੌਕੀਨ ਸਨ, ਤਾਂ ਕਰਕੇ ਇਸ ਦਾ ਨਾਂ ਕਾਲੀਬੰਗਾ ਪਿਆ ਸੀ। ਜੇਕਰ ਅਸੀਂ ਹੁਣ ਇਸ ਨਕਸ਼ੇ ਰਾਹੀਂ ਦੇਖੀਏ ਜਿਹੜੇ ਅਸੀਂ ਕੁਐਸਚਨ ਕੀਤੇ ਨੇ ਤਾਂ ਦੇਖ ਸਕਦੇ ਹਾਂ ਮੋਹਨਜੋਦਾਰੋ ਸਿੰਧ ਨਦੀ ਦੇ ਪੱਛਮੀ ਕੰਢੇ, ਅਤੇ ਇੱਧਰ ਸਾਡਾ ਆ ਜਾਂਦਾ ਹੈ ਚੰਨ ਹੁਦੜੋ ਜੋ ਮੋਹਨਜੋਦਾਰੇ ਦੇ ਦੱਖਣੀ ਪਾਸੇ ਹੈ। ਫਿਰ ਰੰਗਪੁਰ ਅਤੇ ਲੋਥਲ ਇਹ ਆਉਂਦਾ ਹੈ ਗੁਜਰਾਤ ਦੇ ਵਿੱਚ। ਕਾਲੀਬੰਗਾ ਰਾਜਸਥਾਨ ਦੇ ਵਿੱਚ। ਕਾਲੀਬੰਗਾ ਸਥਾਨ ਰਾਜਸਥਾਨ ਦੇ ਵਿੱਚ ਆਉਂਦਾ ਹੈ। ਹਰਿਆਣਾ ਵਿੱਚ ਕਿਹੜੇ ਕਿਹੜੇ ਸਥਾਨ ਮਿਲੇ ਹਨ? ਮਿੱਥਾਥਲ, ਵਨਾਵਲੀ, ਕੁਨਾਲ ਅਤੇ ਰਾਖੀਗੜ੍ਹੀ। ਇਹ 4 ਮੇਨ ਖੇਤਰ ਨੇ, ਪਲੇਸਿਸ ਨੇ ਸਿੰਧ ਘਾਟੀ ਸੱਭਿਅਤਾ ਦੇ ਨਾਲ ਸੰਬੰਧਿਤ ਜੋ ਹਰਿਆਣੇ ਦੇ ਵਿੱਚੋਂ ਮਿਲੇ ਹਨ। ਮਿੱਥਾਥਲ, ਵਨਾਵਾਲੀ, ਕੁਨਾਲ ਅਤੇ ਰਾਖੀਗੜ੍ਹੀ। ਅਤੇ ਇਹਦੇ ਨਾਮ ਵੀ ਇਸ ਤਰ੍ਹਾਂ ਦੇ ਰੱਖੇ ਹੈਗੇ ਜਿਵੇਂ ਰਾਖੀਗੜ੍ਹੀ। ਜੋ ਰੱਖੜੀ ਦਾ ਤਿਉਹਾਰ ਆ ਉਹ ਹਿੰਦੂਆਂ ਦਾ ਆਮ ਤੌਰ 'ਤੇ ਹਿੰਦੂਆਂ ਦਾ ਪ੍ਰਸਿੱਧ ਤਿਉਹਾਰ ਮੰਨਿਆ ਜਾਂਦਾ। ਹੁਣ ਤਾਂ ਸਾਰੇ ਧਰਮ ਹੀ ਮੰਨਦੇ ਨੇ। ਅਤੇ ਕੁਨਾਲ ਜੋ ਕੁਨਾਲ ਨਾਮ ਹੈ ਇਹ ਵੀ ਹਿੰਦੂਆਂ ਦੇ ਹੀ ਜ਼ਿਆਦਾਤਰ ਨਾਮ ਹੁੰਦੇ ਨੇ। ਵਨਾਵਾਲੀ ਹਰਿਆਣੇ ਵਿੱਚ ਵੱਧ ਕੌਣ ਨੇਗੇ? ਹਿੰਦੂ ਲੋਕ। ਤਾਂ ਆਮ ਤੌਰ 'ਤੇ ਜਿਹੜੇ ਹਿੰਦੂ ਨੇ ਇਹਨਾਂ ਨੂੰ ਬਾਨੀਏ ਵੀ ਕਿਹਾ ਜਾਂਦਾ। ਅਤੇ ਵਨਾਵਾਲੀ ਅਤੇ ਮਿੱਥਾਥਲ, ਵਨਾਵਾਲੀ, ਕੁਨਾਲ ਅਤੇ ਰਾਖੀਗੜ੍ਹੀ। ਗੁਜਰਾਤ ਵਿੱਚ ਕਿਹੜੇ ਕਿਹੜੇ ਸਥਾਨ ਮਿਲੇ ਹਨ? ਲੋਥਲ, ਰੰਗਪੁਰ ਅਤੇ ਢੋਲਵੀਰਾ। ਲੋਥਲ, ਰੰਗਪੁਰ ਅਤੇ ਢੋਲਵੀਰਾ। ਜੋ ਲੋਥਲ ਸੀ, ਲੋਥਲ ਇੱਕ ਬੰਦਰਗਾਹ ਸੀ। ਜੋ ਮੈਂ ਹਰਿਆਣੇ ਦੇ ਨਾਮ ਦੱਸੇ ਨੇ ਇਹ ਜਸਟ ਇੱਕ ਯਾਦ ਕਰਨ ਵਾਸਤੇ ਦੱਸੇ ਨੇ ਕਿ ਤੁਸੀਂ ਇਸ ਤਰ੍ਹਾਂ ਯਾਦ ਕਰ ਸਕਦੇ ਹੋ। ਪੰਜਾਬ ਵਿੱਚ ਕਿਹੜੇ ਕਿਹੜੇ ਸਥਾਨ ਮਿਲੇ ਹਨ? ਇਹ ਕੁਐਸਚਨ ਪੇਪਰ ਦੇ ਵਿੱਚ ਪਹਿਲਾਂ ਕਈ ਵਾਰੀ ਆ ਚੁੱਕਿਆ। ਆਪਸ਼ਨ 'ਚ ਇਹ ਆ ਜਾਂਦਾ, ਦੱਸੋ ਇਹਨਾਂ ਵਿੱਚੋਂ ਕਿਹੜਾ ਸਥਾਨ ਪੰਜਾਬ ਦੇ ਵਿੱਚ ਨਹੀਂ ਹੈ? ਤਾਂ ਰੋਪੜ ਦੇ ਨੇੜੇ ਕੋਟਲਾ ਨਿਹੰਗ ਖਾਂ, ਸੰਘੋਲ, ਬਾੜਾ ਅਤੇ ਰੋਹਿੜਾ ਇਹ ਮੇਨ ਸਥਾਨ ਨੇ ਪੰਜਾਬ ਦੇ ਵਿੱਚ। ਰੋਪੜ ਦੇ ਨੇੜੇ ਕੋਟਲਾ ਨਿਹੰਗ ਖਾਂ, ਸੰਘੋਲ, ਬਾੜਾ ਅਤੇ ਰੋਹਿੜਾ। ਸੰਘੋਲ ਕਿੱਥੇ ਹੈ? ਲੁਧਿਆਣਾ। ਤੋ ਸਾਡੇ ਪੰਜਾਬ ਬੋਰਡ ਸਕੂਲ ਸਿੱਖਿਆ ਬੋਰਡ ਦੀ ਕਿਤਾਬ ਹੈ 6ਵੀਂ ਸ਼੍ਰੇਣੀ ਦੀ, ਉਸ ਵਿੱਚ ਲੁਧਿਆਣਾ ਲਿਖਿਆ ਹੋਇਆ, ਪਰ ਵਰਤਮਾਨ ਸਮੇਂ ਇਹ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਹੈ।
ਜੇ ਤੁਹਾਨੂੰ ਕਦੇ ਪੇਪਰ ਦੇ ਵਿੱਚ ਲੁਧਿਆਣਾ ਅਤੇ ਫਤਿਹਗੜ੍ਹ ਸਾਹਿਬ ਆ ਜੇ ਤਾਂ ਕਿਤਾਬ ਦੇ ਅਕੋਰਡਿੰਗ ਅਸੀਂ ਲਾਵਾਂਗੇ ਲੁਧਿਆਣਾ। ਜੇ ਇਕੱਲਾ ਲੁਧਿਆਣਾ ਆਵੇ ਆਪਸ਼ਨ 'ਚ ਬਾਕੀਆਂ ਨੂੰ ਛੱਡ ਕੇ ਤਾਂ ਲੁਧਿਆਣਾ। ਜੇ ਫਤਿਹਗੜ੍ਹ ਸਾਹਿਬ ਆਵੇ ਤਾਂ ਫਤਿਹਗੜ੍ਹ ਸਾਹਿਬ 'ਤੇ ਵੀ ਲਾਵਾਂਗੇ, ਕਿਉਂਕਿ ਵਰਤਮਾਨ ਸਮੇਂ ਇਹ ਖੇਤਰ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਆ ਗਿਆ ਹੈ। ਸੰਘੋਲ ਦੀ ਖੁਦਾਈ ਕਦੋਂ ਅਤੇ ਕਿਸ ਨੇ ਕਰਾਈ? 1968 ਈਸਵੀ ਵਿੱਚ MS ਤਲਵਾੜ ਅਤੇ RS ਬਿਸਤ ਨੇ। ਸੰਘੋਲ ਦੀ ਖੁਦਾਈ 1968 ਈਸਵੀ ਵਿੱਚ MS ਤਲਵਾੜ ਅਤੇ RS ਬਿਸਤ ਨੇ ਕਰਾਈ ਸੀ। ਸੰਘੋਲ ਦੇ ਚਾਰੇ ਪਾਸੇ ਆਲੇ ਦੁਆਲੇ ਇੱਕ ਡੂੰਘੀ ਖਾਈ ਪੁੱਟੀ ਹੋਈ ਸੀ, ਜਿਸ ਦੇ ਵਿੱਚ ਪਾਣੀ ਭਰਿਆ ਰਹਿੰਦਾ ਸੀ, ਜੋ ਦੁਸ਼ਮਣ ਦੇ ਹਮਲਿਆਂ ਤੋਂ ਬਚਾਉਂਦੀ ਸੀ। ਜੇਕਰ ਤੁਹਾਨੂੰ ਕਦੇ ਆ ਜੇ ਤਾਂ ਸੰਘੋਲ ਦੇ ਚਾਰੇ ਪਾਸੇ ਇੱਕ ਡੂੰਘੀ ਖਾਈ ਪੱਟੀ ਹੁੰਦੀ ਸੀ, ਜੋ ਦੁਸ਼ਮਣ ਦੇ ਹਮਲਿਆਂ ਤੋਂ ਬਚਾਉਂਦੀ ਸੀ, ਹਮੇਸ਼ਾ ਪਾਣੀ ਨਾਲ ਭਰੀ ਰਹਿੰਦੀ ਸੀ। ਰੋਹੀੜਾ ਕਿੱਥੇ ਸਥਿਤ ਹੈ? ਇਸ ਦੀ ਖੁਦਾਈ ਕਦੋਂ ਕਰਵਾਈ ਗਈ? ਰੋਹੀੜਾ ਸੰਗਰੂਰ ਜ਼ਿਲ੍ਹੇ ਵਿੱਚ ਸਥਿਤ ਹੈ ਅਤੇ ਇਸ ਦੀ ਖੁਦਾਈ 1976-77 ਈਸਵੀ ਵਿੱਚ ਕਰਾਈ ਸੀ। ਅਸੀਂ ਆਮ ਤੌਰ 'ਤੇ ਰੋਹੀੜਾ, ਇਹਦੇ ਨਾਲ ਇੱਕ ਸ਼ਬਦ ਹੋਰ ਆ ਕੁੱਪ ਰੋਹੀੜਾ। ਜੋ ਰੋਹੀੜਾ ਗਾ ਇਹ ਸਿੰਧ ਘਾਟੀ ਸੱਭਿਅਤਾ ਨਾਲ ਸੰਬੰਧਿਤ ਹੈ ਅਤੇ ਕਿਹਾ ਜਾਂਦਾ ਕਿ ਜੋ ਸਿੰਧ ਘਾਟੀ ਸੱਭਿਅਤਾ ਅਤੇ ਰੋਹੀੜਾ ਸੱਭਿਅਤਾ ਇਹ ਨਾਲ ਚੱਲਦੀਆਂ ਸਨ। ਤਾਂ ਅਸੀਂ ਕਹਿ ਸਕਦੇ ਹਾਂ ਰੋਹੀੜਾ ਤੋਂ ਬਣ ਗਿਆ ਰੂਹ। ਤਾਂ ਸਿੰਧ ਘਾਟੀ ਸੱਭਿਅਤਾ ਅਤੇ ਰੋਹੀੜਾ ਸੱਭਿਅਤਾ ਦੇ ਵਿਚਕਾਰ ਰੂਹ ਦਾ ਮੇਲ ਸੀ। ਯਾਦ ਕਰਨ ਵਾਸਤੇ ਆ ਸਿਰਫ ਰੋਹੀੜਾ ਰੂਹ। ਅਤੇ ਜੋ ਕੁੱਪ ਹੈ ਉਹ ਘੱਲੂਘਾਰੇ ਨਾਲ ਸੰਬੰਧਿਤ ਹੈ। ਤਾਂ ਯਾਦ ਕਰਨ ਵਾਸਤੇ ਕੁੱਪ ਰੋਹੀੜਾ ਇਹ ਨਾਲ ਹੀ ਹਨ, ਕੋਲ ਨੇ। ਤਾਂ ਕੁੱਪ ਹੈ ਜੋ ਉਹ ਹੈ ਸੰਬੰਧਿਤ ਘੱਲੂਘਾਰੇ ਨਾਲ। ਦੋ ਘੱਲੂਘਾਰੇ ਹੋਏ ਸਨ, ਇੱਕ ਵੱਡਾ ਇੱਕ ਛੋਟਾ। ਉਹ ਅਸੀਂ ਅੱਗੇ ਕਰਾਂਗੇ ਜਦੋਂ ਸਿੱਖ ਇਤਿਹਾਸ ਬਾਰੇ ਪੜ੍ਹਾਂਗੇ। ਅਤੇ ਜੋ ਰੋਹੀੜਾ ਹੈ ਇਹ ਹੈ ਸਿੰਧ ਘਾਟੀ ਸੱਭਿਅਤਾ ਨਾਲ ਸੰਬੰਧਿਤ ਸਥਾਨ। ਰੋਹੀੜਾ ਸੱਭਿਅਤਾ ਕਿਸ ਸੱਭਿਅਤਾ ਦੀ ਸਮਕਾਲੀ ਹੈ? ਹੜੱਪਾ ਸੱਭਿਅਤਾ ਦੀ। ਅਤੇ ਕਿਹਾ ਜਾਂਦਾ ਕਿ ਹੜੱਪਾ ਸੱਭਿਅਤਾ ਅਤੇ ਰੋਹੀੜਾ ਸੱਭਿਅਤਾ ਨਾਲ ਚੱਲਦੀਆਂ ਸਨ। ਸੁਨੇਤ ਕਿੱਥੇ ਸਥਿਤ ਹੈ? ਇਸ ਦੀ ਖੁਦਾਈ ਕਦੋਂ ਕਰਵਾਈ ਗਈ? ਲੁਧਿਆਣਾ ਜ਼ਿਲ੍ਹਾ ਵਿੱਚ ਸਥਿਤ ਹੈ। 1983-84 ਦੇ ਵਿੱਚ ਇਸ ਦੀ ਖੁਦਾਈ ਕਰਾਈ ਗਈ ਸੀ। ਸੁਨੇਤ ਤੋਂ ਜ਼ਿਲ੍ਹਾ ਅਸੀਂ ਲੈ ਲਈਏ ਸੁਨੇਹਾ। ਤਾਂ ਜਿਹੜੀ ਇਹ ਸੁਨੇਤ ਹੈ ਇਹ ਸੁਨੇਹਾ ਦਿੰਦਾ ਕਿ ਜੋ ਇੱਥੋਂ ਸਿੰਧ ਘਾਟੀ ਸੱਭਿਅਤਾ ਨਾਲ ਸੰਬੰਧਿਤ ਅਵਸ਼ੇਸ਼ ਮਿਲੇ ਨੇ, ਤਾਂ ਉੱਥੋਂ ਪਤਾ ਲੱਗਦਾ ਕਿ ਸਿੰਧ ਘਾਟੀ ਸੱਭਿਅਤਾ ਆਪਣੇ ਆਖਰੀ ਕਾਲ 'ਚ ਸੀ। ਅਤੇ ਸੁਨੇਤ ਦੇ ਵਿੱਚ ਜੋ ਅਵਸ਼ੇਸ਼ ਮਿਲੇ ਨੇ ਸਿੰਧ ਘਾਟੀ ਸੱਭਿਅਤਾ ਨਾਲ ਸੰਬੰਧਿਤ, ਉਸ ਤੋਂ ਪਤਾ ਲੱਗਦਾ ਕਿ ਸਿੰਧ ਘਾਟੀ ਸੱਭਿਅਤਾ ਆਪਣੇ ਆਖਰੀ ਦੌਰ ਵਿੱਚ ਸੀ। ਸੁਨੇਤ ਤੋਂ ਬਣ ਗਿਆ ਸੁਨੇਹਾ। ਕੋਟਲਾ ਨਿਹੰਗ ਖਾਂ ਕਿੱਥੇ ਸਥਿਤ ਹੈ ਅਤੇ ਇਸ ਦੀ ਖੁਦਾਈ ਕਦੋਂ ਅਤੇ ਕਿਸ ਨੇ ਕਰਵਾਈ? ਰੋਪੜ ਜ਼ਿਲ੍ਹੇ ਵਿੱਚ ਸਥਿਤ ਹੈ, ਜਿਸ ਨੂੰ ਵਰਤਮਾਨ ਸਮੇਂ ਰੂਪਨਗਰ ਕਿਹਾ ਜਾਂਦਾ। ਇਸ ਦੀ ਖੁਦਾਈ 1953 ਈਸਵੀ ਵਿੱਚ Y.D. ਸ਼ਰਮਾ ਨੇ ਕਰਵਾਈ ਸੀ 1953 ਦੇ ਵਿੱਚ। ਬੰਨਾਵਾਲੀ ਕਿੱਥੇ ਸਥਿਤ ਹੈ ਅਤੇ ਇਸ ਦੀ ਖੁਦਾਈ ਕਦੋਂ ਅਤੇ ਕਿਸ ਨੇ ਕਰਾਈ ਸੀ? ਬੰਨਾਵਾਲੀ ਹਰਿਆਣਾ ਪ੍ਰਾਂਤ ਦੇ ਹਿਸਾਰ ਜ਼ਿਲ੍ਹੇ ਵਿੱਚ ਸਥਿਤ ਹੈ। ਇਸ ਦੀ ਖੁਦਾਈ 1973 ਈਸਵੀ ਵਿੱਚ RS ਬਿਸਤ ਨੇ ਦੁਬਾਰਾ ਕਰਾਈ ਸੀ। RS ਬਿਸਤ ਦੁਬਾਰਾ ਕਰਵਾਈ ਸੀ। ਹਿੰਦੂਆਂ ਦੀ ਇੱਕ ਸਭਾ ਵੀ ਹੈ RSS। ਤਾਂ ਉੱਥੋਂ ਯਾਦ ਕਰ ਸਕਦੇ ਹਾਂ ਵੀ ਹਰਿਆਣਾ ਹਿੰਦੂਆਂ ਦਾ ਪ੍ਰਾਂਤ ਜਾਂ ਆਮ ਤੌਰ 'ਤੇ ਕਿਹਾ ਜਾਂਦਾ। ਅਤੇ ਆਮ ਤੌਰ 'ਤੇ ਯਾਦ ਕਰਨ ਵਾਸਤੇ ਸਿਰਫ ਯਾਦ ਕਰਨ ਵਾਸਤੇ ਆ। ਅਤੇ RS ਬਿਸਤ 1973 ਵਿੱਚ ਕਰਾਈ ਸੀ RS ਬਿਸਤ ਨੇ, ਅਤੇ ਬੰਨਾਵਾਲੀ ਹਰਿਆਣਾ ਪ੍ਰਾਂਤ ਦੇ ਹਿਸਾਰ ਜ਼ਿਲ੍ਹੇ ਵਿੱਚ ਸਥਿਤ ਹੈ। ਇਸ ਸੱਭਿਅਤਾ ਦੀ ਨਗਰ ਯੋਜਨਾ ਕਿਹੋ ਜਿਹੀ ਸੀ? ਯੋਜਨਾਬੱਧ, ਵੈਲ ਪਲਾਨਡ, ਪੂਰੀ ਯੋਜਨਾਬੱਧ ਹੁੰਦੀ ਸੀ। ਭਾਵ ਜੋ ਵੀ ਇਹ ਇਮਾਰਤਾਂ ਵਗੈਰਾ ਪਾਉਂਦੇ ਸਨ ਪੂਰੇ ਯੋਜਨਾਬੱਧ, ਪੂਰਾ ਉਹਨਾਂ ਦੇ ਮੈਪ ਵਰਕ ਤਰਤੀਬ ਨਾਲ ਪਾਉਂਦੇ ਸਨ।
ਆਮ ਤੌਰ 'ਤੇ ਨਗਰ ਕਿੰਨੇ ਭਾਗਾਂ ਵਿੱਚ ਵੰਡੇ ਹੁੰਦੇ ਸਨ? 2। ਉੱਪਰਲਾ ਭਾਗ ਜੋ ਪੱਛਮੀ ਵਾਲੇ ਪਾਸੇ, ਜਿਸ ਦੀ ਕਿਲ੍ਹੇਬੰਦੀ ਕੀਤੀ ਹੁੰਦੀ ਸੀ, ਅਤੇ ਹੇਠਲਾ ਭਾਗ ਪੂਰਬ ਵਾਲੇ ਪਾਸੇ, ਈਸਟਰਨ ਸਾਈਡ। ਕਿਲ੍ਹੇਬੰਦੀ ਵਾਲੇ ਭਾਗ ਵਿੱਚ ਕੌਣ ਰਹਿੰਦਾ ਸੀ? ਇਸ ਭਾਗ ਵਿੱਚ ਸਰਵਜਨਕ ਭਵਨ। ਭਵਨ ਕਿਹੜੇ? ਜਿਹੜੇ ਕੋਈ ਜਨ ਸਭਾਵਾਂ ਕਰਨ ਵਾਸਤੇ, ਕੋਈ ਇਸ਼ਨਾਨ ਘਰ ਜਿੱਥੇ ਸਾਰੇ ਲੋਕਾਂ ਵਾਸਤੇ, ਅਤੇ ਸ਼ਾਸਕਾਂ ਦੇ ਘਰ, ਜਿਹੜੇ ਲੋਕ ਸ਼ਾਸਨ ਕਰਦੇ ਸਨ ਉਹਨਾਂ ਦੇ ਘਰ ਹੁੰਦੇ ਸਨ ਪੱਛਮ ਵਾਲੇ ਪਾਸੇ, ਕਿਲ੍ਹੇਬੰਦੀ ਵਾਲੇ ਪਾਸੇ, ਕਿਉਂਕਿ ਉਹਨਾਂ ਨੂੰ ਦੁਸ਼ਮਣ ਦੇ ਹਮਲਿਆਂ ਤੋਂ ਡਰ ਰਹਿੰਦਾ ਸੀ ਅਤੇ ਉਸ ਤੋਂ ਬਚਾਓ ਦੇ ਲਈ ਇਹਨਾਂ ਪੱਛਮ ਵਾਲੇ ਪਾਸੇ ਇਹਨਾਂ ਨਗਰਾਂ ਦੀ ਕਿਲ੍ਹੇਬੰਦੀ ਕੀਤੀ ਹੁੰਦੀ ਸੀ। ਹੇਠਲੇ ਭਾਗ ਵਿੱਚ ਕੌਣ ਰਹਿੰਦਾ ਸੀ? ਆਮ ਲੋਕ। ਪੂਰਬ ਵਾਲੇ ਪਾਸੇ ਹੇਠਲਾ ਭਾਗ ਹੁੰਦਾ ਸੀ ਅਤੇ ਉਸ ਦੇ ਵਿੱਚ ਆਮ ਲੋਕ ਰਹਿੰਦੇ ਸਨ।